परम सत्कारयोग गुरमत दी क्लास अंदर जुड़ बैठी गुरमत धारणकारी गुरु की प्यारी साध संगत जीओ। आओ सब तो पहला गुरफतेह दे नाल सांझ बनाइए। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਨਿਤਾ ਪ੍ਰਤੀ ਜਿੱਥੇ ਦੋ ਟਾਈਮ ਅਸੀਂ ਆਸਾ ਦੀ ਵਾਰ ਤੇ ਬਾਣੀ ਮਹੱਲਾ ਨਾਵਾਂ ਦੇ ਦੋ ਟਾਈਮ ਅਸੀਂ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਉੱਥੇ ਆਨਲਾਈਨ ਗੁਰਮਤਿ ਦੀਆਂ ਕਲਾਸਾਂ ਵਿੱਚ ਜੁੜ ਕੇ ਤੇ ਗੁਰਮਤਿ ਦੀ ਧਾਰਨੀ ਬਣਦੇ ਹਾਂ। ਸ਼ਾਮ ਨੂੰ ਜਿੱਥੇ ਅਸੀਂ ਸੰਥਿਆ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਗੁਰਬਾਣੀ ਸੰਥਿਆ ਲੈਂਦੇ ਹਾਂ। ਇਸੇ ਤਰ੍ਹਾਂ ਹੀ ਇਸ ਟਾਈਮ ਦੇ ਉੱਤੇ ਭਾਈ ਗੁਰਦਾਸ ਜੀ ਦੁਆਰਾ ਰਚਿਤ ਦੁਆਰਾ ਅੰਦਰੋਂ 10ਵੀਂ ਵਾਰ ਦੇ ਵਿੱਚੋਂ ਭਗਤਾਂ ਦੀ ਗਾਥਾ ਜਿਹੜੀ ਆ ਉਹ ਸਰਵਣ ਕਰ ਰਹੇ ਹਾਂ। ਸੋ ਬਹੁਤ ਹੀ ਵਡਭਾਗੇ ਹਾਂ। ਦਾਸ ਆਪ ਜੀ ਦੀ ਸਕਰੀਨ ਉੱਤੇ ਜੋ ਹੈ ਉਹ ਭਾਈ ਗੁਰਦਾਸ ਜੀ ਦੀ ਰਚਿਤ 10ਵੀਂ ਵਾਰ ਦੇ ਵਿੱਚੋਂ ਅੱਜ ਦੀ ਪੌੜੀ ਜਿਹੜੀ ਹੈ ਉਹ ਆਪ ਜੀ ਦੇ ਸਾਹਮਣੇ ਸਕਰੀਨ ਦੇ ਉੱਤੇ ਦੇ ਰਿਹਾ ਹੈ। ਸੋ ਅੱਜ ਇਸ ਭਾਈ ਗੁਰਦਾਸ ਜੀ ਦੀ 10ਵੀਂ ਵਾਰ ਦੇ ਵਿੱਚੋਂ ਜੋ ਪੌੜੀ ਹੈ ਇਹਦੀ ਵਿਚਾਰ ਕਰਨੀ ਹੈ। 18ਵੀਂ ਪੌੜੀ ਜਿਹਦੇ ਵਿੱਚ ਅਹਿਲਿਆ ਤੇ ਗੌਤਮ ਦੀ ਸਾਖੀ ਹੈ। ਸੋ ਬੜੇ ਹੀ ਸਤਿਕਾਰ ਤੇ ਪਿਆਰ ਦੇ ਨਾਲ ਅਸੀਂ ਸਾਖੀ ਸਰਵਣ ਕਰਨੀ ਹੈ। ਭਾਈ ਗੁਰਦਾਸ ਜੀ ਇਸ ਬਾਬਤ ਕੀ ਆਖਦੇ ਹਨ? ਗੁਰੂ ਗ੍ਰੰਥ ਸਾਹਿਬ ਵਿੱਚ ਗੌਤਮ ਰਿਖੀ ਤੇ ਅਹਿਲਿਆ ਬਾਰੇ ਕੀ ਲਿਖਿਆ ਹੈ, ਇਹ ਸਾਰੀ ਜਾਣਕਾਰੀ ਅੱਜ ਦੀ ਅਸੀਂ ਕਲਾਸ ਵਿੱਚ ਪ੍ਰਾਪਤ ਕਰਾਂਗੇ। ਸੋ ਗੁਰੂ ਸਾਹਿਬ ਦੇ ਕੋਲੋਂ ਆਗਿਆ ਮੰਗੀਏ, ਸਾਰੀ ਸੰਗਤ ਗੁਰਫਤਿਹ ਦੇ ਨਾਲ ਸਾਂਝ ਬਣਾਈਏ ਤੇ ਫਿਰ ਇਸ ਪੌੜੀ ਦਾ ਮੂਲ ਪਾਠ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ਗੌਤਮ ਨਾਰ ਅਹਿਲਿਆ ਤਿਸਨੂੰ ਦੇਖ ਇੰਦਰ ਲੋਭਾਣਾ, ਪਰ ਕਰ ਜਾਏ ਸਰਾਪ ਲੈ ਹੋਏ ਸਹਿਸ ਭਗ ਪਛੋਤਾਣਾ, ਸੁਈਆਂ ਹੋਆ ਇੰਦਰ ਲੋਕ ਲੁਕਿਆ ਸਰਵਰ ਮਨ ਸਰਮਾਣਾ, ਸਹਿਸ ਭਗਹੁ ਲੋਇਣ ਸਹਿਸ ਲੈਂਦੋਈ ਇੰਦਪੁਰੀ ਸਿਧਾਣਾ, ਸਤੀ ਸਤੋਂ ਟਲ ਸਿਲਾ ਹੋਏ ਨਦੀ ਕਿਨਾਰੇ ਬਾਝ ਪੁਰਾਣਾ, ਰਘਪਤ ਚਰਨ ਸੁਹੰਦਿਆਂ ਚੱਲੀ ਸੁਰਗਪੁਰ ਬਣੇ ਬਿਬਾਣਾ, ਭਗਤ ਵਸ਼ਲ ਭਲਿਆਈਓ ਪਤਿਤ ਉਦਾਹਰਨ ਪਾਪ ਕਮਾਣਾ, ਗੁਣ ਨੂੰ ਗੁਣ ਸਭ ਕੋ ਕਰੈ ਅਵਗੁਣ ਕੀਤੇ ਗੁਣ ਤਿਸ ਜਾਣਾ, ਅਭਿਗਤ ਗਤ ਕਿਆ ਆਖ ਵਖਾਣਾ, ਅਭਿਗਤ ਗਤ ਕਿਆ ਆਖ ਵਖਾਣਾ। ਸੋ ਇਹ ਪੌੜੀ ਆਪ ਜੀ ਨੇ ਜੋ ਸਾਹਮਣੇ ਸਨਮੁਖ ਰੱਖੀ ਹੈ, ਇਹਦੇ ਵਿੱਚ ਗੌਤਮ ਰਿਖੀ ਤੇ ਉਹਦੀ ਪਤਨੀ ਜੋ ਹੈ ਉਹਦੇ ਬਾਬਤ ਅਸੀਂ ਪੜ੍ਹਿਆ ਹੈ। ਇਹਦੀ ਸਾਖੀਕਾਰਾਂ ਨੇ ਇਸ ਤਰ੍ਹਾਂ ਦਿੱਤੀ ਹੈ ਕਿ ਇਸ ਸੰਸਾਰ ਦੇ ਉੱਤੇ ਇੱਕ ਗੌਤਮ ਰਿਖੀ ਹੋਇਆ। ਵੈਸੇ ਜਦੋਂ ਮਹਾਭਾਰਤ ਪੜ੍ਹਦੇ ਆ ਨਾ, ਉਹਦੇ ਵਿੱਚ ਗੌਤਮ ਦਾ ਅਰਥ ਜਿਹੜਾ ਵਾ ਗੋ ਦਾ ਭਾਵ ਹੈ ਪ੍ਰਕਾਸ਼ਿਤ, ਤਮ ਦਾ ਭਾਵ ਹੈ ਅੰਧਕਾਰ, ਭਾਵ ਪ੍ਰਕਾਸ਼ ਦੇ ਨਾਲ ਅੰਧਕਾਰ ਦਾ ਜਿਹੜਾ ਵਾ ਨਾਸ਼ ਕਰ ਦੇਣਾ। ਪਰ ਇੱਥੇ ਇੱਕ ਵਿਦਵਾਨ ਰਿਖੀ ਹੈ ਜਿਹਨੇ ਤਪ ਸਾਧ ਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਰਿੱਧੀਆਂ ਸਿੱਧੀਆਂ ਪਾਈਆਂ, ਪਰਮਾਤਮਾ ਨੂੰ ਇਹ ਪਹੁੰਚਿਆ। ਬੜਾ ਪੁਰਾਣਾ ਰਿਖੀ ਸੀ। ਸੋ ਇਸ ਸੰਸਾਰ ਦੇ ਉੱਤੇ ਜਦੋਂ ਇਹ
ਭਗਤੀ ਕਰਦਾ ਹੈ, ਭਗਤੀ ਭਾਵਨਾ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਇਸ ਦੇ ਬਾਬਤ ਇੱਕ ਰਾਮਾਇਣ ਵਿੱਚ ਕਥਾ ਹੈ ਕਿ ਜਿਹੜੀ ਅਹਿਲਿਆ ਨਾ, ਉਹਦਾ ਪਤੀ ਹੈ ਗੌਤਮ, ਤੇ ਇਹ ਜਨਕ ਦੇ ਪੁਰੋਹਿਤ ਸਤਿਆਨੰਦ ਦਾ ਪਿਤਾ ਸੀ। ਜਿਹੜੀ ਅਹਿਲਿਆ ਨਾ, ਅਹਿਲਿਆ ਇਹਦਾ ਜਿਹੜਾ ਪਤੀ ਸੀ ਜਨਕ ਦੇ ਪੁਰੋਹਿਤ ਸਤਿਆਨੰਦ ਦਾ ਪਿਤਾ ਸੀ। ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤਰੀ ਅਹਿਲਿਆ ਬੜੀ ਸੁੰਦਰੀ ਸੀ, ਗੌਤਮ ਰਿਸ਼ੀ ਦੀ। ਇਹਦੀ ਕਿਉਂਕਿ ਗੌਤਮ ਰਿਸ਼ੀ ਦੀ ਨਾਰ ਜਿਹੜੀ ਭਾਵ ਉਹਦੀ ਇਸਤਰੀ ਕੀ ਨਾਂ ਸੀ? ਅਹਿਲਿਆ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਇਹ ਬੜੀ ਸੁੰਦਰ ਸੀ ਤੇ ਇੰਨੀ ਸੁੰਦਰ ਸੀ ਕਿ ਇਹਦੇ ਉੱਤੇ ਇੰਦਰ ਮੋਹਿਤ ਹੋ ਗਿਆ। ਇੰਦਰ ਦੇਵਤਾ, ਇੱਕ ਦੇਵਤਾ ਜਿਹੜਾ ਸੰਸਾਰ ਦੇ ਉੱਤੇ ਮੰਨਿਆ ਗਿਆ ਨਾ, ਇਹ ਦੇਵਤਾ ਇਸ ਇਸਤਰੀ ਤੇ ਮੋਹਿਤ ਹੋ ਗਿਆ। ਇੰਨਾ ਮੋਹਿਤ ਹੋਇਆ ਕਿ ਇਹ ਚਾਹੁੰਦਾ ਸੀ ਕਿ ਮੈਂ ਇਹਦੇ ਨਾਲ ਵੀ ਵਿਚਾਰ ਕਮਾਵਾਂ, ਕੁਕਰਮ ਕਰਾਂ। ਸਮਾਂ ਨਿਕਲਦਿਆ ਗਿਆ, ਬੜੇ ਇੰਦਰ ਨੇ ਕਈ ਪ੍ਰਕਾਰ ਦੇ ਜਿਹੜੇ ਉਹ ਸਰਤੰਜ ਰਚੇ ਕਿ ਮੈਂ ਕਿਸੇ ਨਾ ਕਿਸੇ ਪ੍ਰਕਾਰ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਕੁਕਰਮ ਕਮਾਵਾਂ ਅਹਿਲਿਆ ਦੇ ਨਾਲ। ਪਰ ਬੜੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਹ ਜਿਹੜਾ ਵਾ ਉਹ ਆਪਣੇ ਇਸ ਮਾੜੇ ਕਰਮ ਦੇ ਵਿੱਚ ਕਾਮਯਾਬ ਨਾ ਹੋਇਆ। ਤੇ ਇਸ ਸਾਖੀ ਦੇ ਦੌਰਾਨ, ਕਿਉਂਕਿ ਪਹਿਲਾਂ ਜਿਹੜੀ ਸਾਖੀ ਹੈ ਮੈਂ ਆਪ ਜੀ ਨੂੰ ਦੱਸਿਆ ਕਿ ਇਹ ਜਿਹੜੀ ਸਾਖੀ ਹੈ ਰਾਮਾਇਣ ਦੇ ਵਿੱਚ ਇਸ ਤਰ੍ਹਾਂ ਲਿਖੀ ਹੈ। ਤੇ ਜਦੋਂ ਇੰਦਰ ਜਿਹੜਾ ਵਾ ਉਹ ਆਪਣਾ ਇਸ ਕੰਮ ਦੇ ਵਿੱਚ ਸਫਲ ਨਹੀਂ ਹੁੰਦਾ ਤੇ ਫਿਰ ਉਹ ਕੀ ਕਰਦਾ, ਇਸ ਸੰਸਾਰ ਦੇ ਵਿੱਚ ਚੰਦਰਮਾ ਦਾ ਸਹਾਰਾ ਲੈਂਦਾ ਤੇ ਚੰਦਰਮਾ ਨੂੰ ਇਹ ਗੱਲ ਆਖਦਾ ਕਿ ਤੂੰ ਹੁਣ ਕੁੱਕੜ ਬਣ, ਮੁਰਗਾ ਬਣ। ਕਹਿੰਦਾ ਕਿਉਂ? ਕਹਿੰਦਾ ਕਿ ਜਿਹੜਾ ਗੌਤਮ ਹੈ ਨਾ, ਤੇਰੀ ਆਵਾਜ਼ ਸੁਣ ਕੇ ਨਦੀ ਤੇ ਨਹਾਉਣ ਜਾਂਦਾ। ਜਦੋਂ ਜਦੋਂ ਕੁੱਕੜ ਬਾਂਗ ਦਿੰਦਾ, ਪੁਰਾਣੇ ਸਮਿਆਂ ਵਿੱਚ ਅਲਾਰਮ ਨਹੀਂ ਸਨ ਹੁੰਦੇ, ਕੁੱਕੜ ਨੇ ਬਾਂਗ ਦੇਣੀ ਤੇ ਸਮਝਣਾ ਕਿ ਸਵੇਰੇ ਮਾਰਨਿੰਗ ਟਾਈਮ ਹੋ ਗਈ ਹੈ। ਤੋ ਇਹ ਗੌਤਮ ਰਿਸ਼ੀ ਜਿਹੜਾ ਸੀ ਨਦੀ ਤੇ ਇਸ਼ਨਾਨ ਕਰਨ ਜਾਂਦਾ ਸੀ। ਇੰਦਰ ਨੇ ਹੁਣ ਇਹ ਸੜਤੰਜ ਰਚਿਆ ਕਿ ਕਿਸੇ ਨਾ ਕਿਸੇ ਪ੍ਰਕਾਰ ਜਿਹੜਾ ਵਾ ਉਹ ਅਹਿਲਿਆ ਨੂੰ ਪ੍ਰਾਪਤ ਕੀਤਾ ਜਾ ਸਕੇ। ਉਹ ਵੀ ਕਹਿੰਦਾ, ਚੰਦਰਮਾ ਨੂੰ ਹੁਕਮ ਕਰਦਾ ਕਿ ਤੂੰ ਕੁੱਕੜ ਬਣ ਤੇ ਬਾਂਗ ਦੇ। ਸਮਾਂ ਆਇਆ, ਜਦੋਂ ਸਵੇਰ ਵੇਲਾ ਹੋਇਆ ਤੇ ਚੰਦਰਮਾ ਨੇ ਮੁਰਗਾ ਬਣ ਕੇ ਤੇ ਬਾਂਗ ਦਿੱਤੀ। ਗੌਤਮ ਰਿਸ਼ੀ ਸਮੇਂ ਤੋਂ ਪਹਿਲਾਂ ਨਦੀ ਤੇ ਨਹਾਉਣ ਚਲਾ ਗਿਆ। ਅਜੇ ਸੂਰਜ ਚੜ੍ਹਿਆ ਨਹੀਂ, ਭਾਵ ਉਹ ਸਮਾਂ ਨਹੀਂ ਆਇਆ। ਉਸ ਸਮੇਂ ਤੋਂ ਪਹਿਲਾਂ ਹੀ ਗੌਤਮ ਰਿਸ਼ੀ ਆਪਣੇ ਘਰ ਨੂੰ ਤਿਆਗ ਕੇ, ਘਰ ਛੱਡ ਕੇ ਤੇ ਬਾਹਰ ਨਦੀ ਤੇ ਇਸ਼ਨਾਨ ਕਰਨ ਵਾਸਤੇ ਚਲਾ ਜਾਂਦਾ। ਹੁਣ ਉਸ ਸਮੇਂ ਫਿਰ ਇੰਦਰ ਆਪ ਗੌਤਮ ਦਾ ਰੂਪ ਧਾਰਨ ਕਰਕੇ ਨਾ ਤੇ ਅਹਿਲਿਆ ਦੇ ਕੋਲ ਆ ਜਾਂਦਾ, ਗੌਤਮ ਦੇ ਘਰ। ਫਿਰ ਧਿਆਨ ਦਿਓ ਜੀ ਕਿ ਗੌਤਮ ਰਿਸ਼ੀ ਦਾ ਰੂਪ ਧਾਰਨ ਕਰਕੇ ਇੰਦਰ ਇਹਨੂੰ ਘਰੋਂ ਬਾਹਰ ਕੱਢ ਕੇ ਭੁਲੇਖਾ ਪਾ ਕੇ ਤੇ ਆਪ ਇੰਦਰ ਗੌਤਮ ਦਾ ਰੂਪ ਧਾਰਨ ਕਰਕੇ ਤੇ ਅਹਿਲਿਆ ਦੇ ਕੋਲ ਆ ਜਾਂਦਾ। ਆਣ ਕੇ ਤੇ ਫਿਰ ਇਹਦੇ ਨਾਲ ਅਹਿਲਿਆ ਦੇ ਨਾਲ ਕੁਕਰਮ ਕਮਾਉਂਦਾ। ਜਦੋਂ ਕੁਕਰਮ ਕਮਾ ਕੇ ਤੇ ਬਾਹਰ ਨਿਕਲਦਾ, ਉਹਨੇ ਜਦੋਂ ਜਿਹੜਾ ਗੌਤਮ ਰਿਸ਼ੀ ਸੀ ਉਹ ਬਾਹਰੋਂ ਆ ਰਿਹਾ ਸੀ, ਇਹਨੇ ਵੇਖ ਲਿਆ। ਇਹਨੇ ਫਿਰ ਕਹਿੰਦੇ ਨੇ ਕਿ ਜਦੋਂ ਪਤਾ ਚੱਲਿਆ, ਜਾਣੀ ਜਾਣ ਸੀ, ਇਹਨੇ ਫਿਰ ਇੰਦਰ ਨੂੰ ਜਿਹੜਾ ਵਾ ਉਹ ਸ਼ਰਾਪ ਦਿੱਤਾ। ਪਹਿਲਾਂ ਤੇ ਆਣ ਕੇ ਆਪਣੀ ਇਸਤਰੀ ਨੂੰ ਜਿਹੜਾ ਵਾ ਉਹ ਪੱਥਰ ਬਣਾ ਦਿੱਤਾ, ਸ਼ਿਲਾ ਰੂਪ ਭਾਵ ਪੱਥਰ ਬਣਾ ਦਿੱਤਾ। ਤੇ ਫਿਰ ਨਾਲ ਹੀ ਗੌਤਮ ਨੂੰ ਜਿਹੜਾ ਵਾ ਉਹ ਸ਼ਰਾਪ ਦਿੱਤਾ ਕਿ ਤੇਰੇ ਸਰੀਰ ਦੇ ਉੱਤੇ ਹਜ਼ਾਰਾਂ ਜਿਹੜੇ ਭੱਗ ਬਣ ਜਾਣ, ਭਾਵ ਜਿਹੜੇ ਇਸਤਰੀ ਲਿੰਗ ਵਾ ਉਹ ਤੇਰੇ ਸਰੀਰ ਦੇ ਉੱਤੇ ਹਜ਼ਾਰਾਂ ਹੀ ਆ ਜਾਣ।
ਤੂੰ ਕੁਕਰਮ ਕਮਾਇਆ ਹੈ, ਇੱਕ ਦੇਵਤਾ ਹੋ ਕੇ ਇਸ ਕੁਕਰਮ ਦਾ ਭਾਗੀ ਬਣਿਆ। ਇਸ ਕਰਕੇ ਹੁਣ ਤੇਰੇ ਸਰੀਰ ਉੱਤੇ ਜਿਹੜਾ ਵਾ ਇਸਤਰੀ ਲਿੰਗ ਦੇ ਜਿਹੜੇ ਚਿੰਨ੍ਹ ਨੇ ਉਹ ਹਜ਼ਾਰਾਂ ਹੀ ਆ ਜਾਣ। ਤੇ ਨਾਲ ਹੀ ਫਿਰ ਇੱਥੇ ਹੀ ਜਿਹੜਾ ਚੰਦਰਮਾ ਨੂੰ ਵੀ ਇਹਨੇ ਸ਼ਰਾਪ ਦਿੱਤਾ ਵੀ ਤੈਨੂੰ ਖਈ ਰੋਗ ਲੱਗ ਜਾਵੇ, ਭਾਵ ਤੇਰੇ ਜਿਹੜਾ ਚੰਨ ਚਮਕਦਾ ਇਹਦੇ ਤੇ ਦਾਗ ਪੈ ਜਾਣ। ਅੱਜ ਵੀ ਤੁਸੀਂ ਤੱਕਦੇ ਹੋ ਚੰਦਰਮਾ ਦੇ ਉੱਤੇ ਦਾਗ ਨਹੀਂ, ਤੇ ਇਹਨਾਂ ਦਾ ਇਹੀ ਭਰਮ ਹੈ, ਭੁਲੇਖਾ ਹੈ ਕਿ ਚੰਦਰਮਾ ਤੇ ਦਾਗ ਜਿਹੜਾ ਵਾ ਉਹ ਗੌਤਮ ਰਿਸ਼ੀ ਨੇ ਸ਼ਰਾਪ ਦਿੱਤਾ ਤੇ ਚੰਦਰਮਾ ਤੇ ਦਾਗ ਹੈ। ਜਦੋਂ ਕਿ ਸਾਇੰਸ ਇੱਥੋਂ ਤੱਕ ਪੁੱਜ ਗਈ ਹੈ ਕਿ ਇਹ ਵੀ ਇੱਕ ਪਲੈਨਟ ਹੈ, ਧਰਤੀ ਹੈ, ਜਿੱਥੇ ਉੱਤੇ ਪਹੁੰਚਿਆ ਜਾ ਸਕਦਾ। ਖੈਰ ਅਸੀਂ ਉੱਧਰ ਨਾ ਜਾਈਏ। ਇਸ ਸਾਖੀ ਦੇ ਅਨੁਸਾਰ ਜਿਹੜਾ ਵਾ ਰਮਾਇਣ ਦੇ ਅਨੁਸਾਰ ਜਿਹੜੀ ਸਾਖੀ ਚੱਲ ਰਹੀ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਫਿਰ ਚੰਦਰਮਾ ਨੂੰ ਵੀ ਰੋਗ ਲੱਗ ਗਿਆ, ਉਹਦੇ ਉੱਤੇ ਵੀ ਜਿਹੜਾ ਦਾਗ ਪੈ ਗਿਆ। ਇੰਦਰ ਦੇ ਸਰੀਰ ਉੱਤੇ ਹਜ਼ਾਰਾਂ ਭਾਵ ਇਸਤਰੀ ਲਿੰਗ ਦੇ ਜਿਹੜੇ ਚਿੰਨ੍ਹ ਨੇ ਉਹ ਬਣ ਗਏ। ਇੰਦਰ ਬੜਾ ਦੁਖੀ ਹੋਇਆ, ਸ਼ਰਮਸਾਰ ਹੋ ਗਿਆ। ਇੰਨਾ ਸ਼ਰਮਸਾਰ ਹੋਇਆ ਕਿ ਇਹਨੇ ਪਾਣੀ ਵਿੱਚ ਜਾ ਕੇ, ਨਦੀ ਦੇ ਵਿੱਚ ਜਾ ਕੇ ਛਾਲ ਮਾਰੀ ਤੇ ਉੱਥੇ ਜਾ ਕੇ ਜਿਹੜਾ ਵਾ ਬੈਠ ਗਿਆ ਥੱਲੇ। ਜਦੋਂ ਇਹ ਫਿਰ ਉੱਥੇ ਜਾ ਕੇ ਤੇ ਥੱਲੇ ਬੈਠ ਜਾਂਦਾ ਹੈ, ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਦਾ ਹੈ। ਜਦੋਂ ਇੰਨੀ ਗੱਲ ਦਾ ਸਾਰੇ ਪਾਸੇ ਪਤਾ ਚੱਲਦਾ ਹੈ ਕਿ ਵੇਖੋ ਇੰਦਰ ਨੇ ਇੰਨਾ ਪਾਪ ਕਮਾਇਆ, ਇੰਨਾ ਜ਼ਿਆਦਾ ਇਸ ਸੰਸਾਰ ਦੇ ਉੱਤੇ ਨਾ ਉਹਦੇ ਉੱਤੇ ਤਕਲੀਫ ਆਈ। ਤੇ ਇਸ ਸਾਖੀ ਦੇ ਅਨੁਸਾਰ ਫਿਰ ਜ਼ਿਕਰ ਆਉਂਦਾ ਹੈ ਕਿ ਜਦੋਂ ਇਹਨੂੰ ਇਹ ਸ਼ਰਾਪ ਮਿਲਿਆ ਨਾ, ਜਦੋਂ ਇਹਨੂੰ ਸ਼ਰਾਪ ਮਿਲਿਆ ਤੇ ਫਿਰ ਇਹਨੇ ਇਸ ਸ਼ਰਾਪ ਤੋਂ ਛੁਟਕਾਰਾ ਪਾਉਣਾ ਚਾਹਿਆ। ਜਦੋਂ ਫਿਰ ਇਹ ਸਾਰੀ ਵਾਰਤਾ ਚੱਲੀ ਤੇ ਰਾਮ ਦੀ ਚਰਨ ਛੂਹਣ ਤੋਂ ਫਿਰ ਜਦੋਂ ਅਹਿਲਿਆ ਨੇ ਕਿਹਾ ਕਿ ਹੁਣ ਮੈਂ ਕਿਸ ਤਰ੍ਹਾਂ, ਮੈਂ ਪੱਥਰ ਬਣ ਗਈ ਹਾਂ ਤੇ ਮੈਂ ਕਿਸ ਤਰ੍ਹਾਂ ਠੀਕ ਹੋਵਾਂਗੀ, ਉਹਨਾਂ ਨੇ ਕਿਹਾ ਕਿ ਤੂੰ ਰਾਮ ਦੇ ਚਰਨ ਛੂਹੇਂਗੀ ਤੇ ਤੇਰਾ ਛੁਟਕਾਰਾ ਹੋਵੇਗਾ, ਤਾਂ ਹੀ ਤੂੰ ਆਪਣਾ ਜਿਹੜਾ ਵਾ ਉਸਲ ਰੂਪ ਧਾਰਨ ਕਰੇਂਗੀ। ਤੇ ਇਸੇ ਤਰ੍ਹਾਂ ਹੀ ਜਿਹੜਾ ਵਾ ਇਸ ਧਰਤੀ ਦੇ ਉੱਤੇ ਇਹਦਾ ਫਿਰ ਛੁਟਕਾਰਾ ਹੋਇਆ। ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦਾ ਇੱਕ ਸ਼ਬਦ ਹੈ ਕਿ ਗੌਤਮ ਨਾਰ ਅਹਿਲਿਆ ਤਾਰੀ, ਭਾਵ ਗੌਤਮ ਰਿਸ਼ੀ ਦੀ ਜਿਹੜੀ ਪਤਨੀ ਸੀ ਉਹਨੂੰ ਪ੍ਰਮਾਤਮਾ ਨੇ ਆਪ ਰਹਿਮਤ ਕਰਕੇ ਉਹਨੂੰ ਤਾਰਿਆ। ਸੋ ਇਹ ਰਮਾਇਣ ਦੀ ਕਥਾ ਸੀ ਜਿਹਨੂੰ ਅਸੀਂ ਇਤਿਹਾਸ ਨਹੀਂ ਮਿਥਿਹਾਸ, ਕਿਉਂਕਿ ਮਿੱਥੀਆਂ ਹੋਈਆਂ ਗੱਲਾਂ ਨੇ, ਲਿਖਣ ਵਾਲਾ ਕੋਈ ਹੈ ਤੇ ਮੰਨਣ ਵਾਲਾ ਕੋਈ ਹੈ, ਦਰਸਾਉਣ ਵਾਲਾ ਕੋਈ ਹੈ। ਜਿਹੜਾ ਮਿਥਿਹਾਸ ਹੁੰਦਾ ਮਿਥਿਆ ਗਿਆ ਹੁੰਦਾ। ਜਿਸ ਤਰ੍ਹਾਂ ਮੰਨ ਲਓ ਕਿਸੇ ਨੇ ਸੁਣਿਆ, ਮੰਨ ਲਓ ਮੈਂ ਕਿਸੇ ਕੋਲੋਂ ਕੋਈ ਗੱਲ ਸੁਣੀ ਤੇ ਮੈਂ ਲਿਖ ਦਿੱਤੀ, ਇਹ ਮਿਥ ਹੈ। ਜਿਹੜੀ ਮੈਂ ਮਾਣੀ ਹੈ ਤੇ ਉਹਨੂੰ ਲਿਖਿਆ ਨਾ, ਉਹ ਇਤਿਹਾਸ ਬਣਦਾ, ਜਿਹੜਾ ਸਿਰਜਿਆ ਜਾਂਦਾ, ਇਤਿਹਾਸ ਬਣਾਇਆ ਜਾਂਦਾ। ਗੁਰੂ ਦੇ ਸਿੱਖਾਂ ਨੇ ਇਤਿਹਾਸ ਬਣਾਇਆ, ਆਪ ਆਪਣੇ ਤਨ ਉੱਤੇ ਸੱਟਾਂ ਖਾ ਖਾ ਕੇ, ਜਿਹੜੀਆਂ ਉਹ ਜੰਗਾਂ ਦੇ ਵਿੱਚ ਜਾ ਕੇ ਆਪਣੇ ਸਰੀਰਾਂ ਦੇ ਉੱਤੇ ਆਪ ਜਿਹੜਾ ਵਾ ਉਹ ਆਪਣੇ ਸਰੀਰ ਦੇ ਉੱਤੇ ਸੱਟਾਂ ਸਹਾਰੀਆਂ। ਉਹ ਇਤਿਹਾਸ ਸਿਰਜਿਆ ਜਾਂਦਾ, ਇਤਿਹਾਸ ਬਣਾਇਆ ਜਾਂਦਾ। ਇਤਿਹਾਸ ਜਿਹੜਾ ਸੁਣਿਆ ਨਹੀਂ ਜਾਂਦਾ। ਮਿਥਿਹਾਸ ਜਿਹੜਾ ਉਹ ਸੁਣਿਆ ਜਾਂਦਾ, ਮਿਥੀ ਹੋਈ ਗੱਲ ਕਿ ਪੁਰਾਣੇ ਸਮੇਂ 'ਚ ਆਹ ਕੁਝ ਹੋਇਆ ਸੀ। ਅੱਜ ਵੀ ਸਾਡੇ ਬੜੇ ਮਾੜੇ ਕਰਮ ਨੇ। ਕਈ ਵਾਰ ਅਸੀਂ ਨਾ ਇਹ ਗੱਲ ਕਹਿ ਦਿੰਦੇ ਹਾਂ ਅੱਜ ਵੀ ਘਰਾਂ ਵਿੱਚ ਕਿ ਸਾਡੇ ਪੁਰਖਾਂ ਤੋਂ ਇਹ ਗੱਲ ਚੱਲਦੀ ਆ ਰਹੀ ਵੀ ਉਹ ਮਿੱਥੀ ਹੋਈ ਹੈ। ਜੋ ਸਾਡੇ ਸਾਹਮਣੇ ਆ ਉਹਨੂੰ ਅਸੀਂ ਜਿਹੜਾ ਵਾ ਉਹ ਜ਼ਰੂਰ ਸਾਹਮਣੇ ਪੇਸ਼ ਕਰਿਆ ਕਰੀਏ। ਸੋ ਇਸ ਤਰ੍ਹਾਂ ਇਹ ਜਿਹੜਾ ਵਾ ਇਹ ਸਾਖੀ ਜਿਹੜੀ ਸੀ ਆਪ ਜੀ ਨੇ ਸਰਵਣ ਕੀਤੀ। ਇਹ ਸਾਖੀ ਮੈਂ ਆਪ ਜੀ ਨੂੰ ਇਹ ਦੱਸਾਂ ਕਿ ਰਮਾਇਣ ਦੇ ਵਿੱਚ ਲਿਖੀ ਹੈ, ਜਿਹਦੇ ਬਾਬਤ ਮੈਂ ਆਪ ਜੀ ਨੂੰ ਦੱਸਿਆ ਹੈ। ਹੁਣ ਅੱਗੇ ਆਪਾਂ ਗੱਲ ਕਰੀਏ
ਗੁਰਬਾਣੀ ਦੀ। ਗੁਰਬਾਣੀ ਦੇ ਅੰਦਰ ਕੀ ਜ਼ਿਕਰ ਹੈ? ਗੁਰਬਾਣੀ ਦੇ ਅੰਦਰ ਇਸ ਬਾਬਤ ਗੁਰੂ ਨਾਨਕ ਦੇਵ ਜੀ ਪ੍ਰਭਾਤੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਇਹ ਬਖਸ਼ਿਸ਼ ਕਰਦੇ ਨੇ ਕਿ ਭਾਈ ਇਸ ਸੰਸਾਰ ਦੇ ਉੱਤੇ ਨਾ ਇੱਕ ਗੌਤਮ ਤਪਾ ਹੋਇਆ, ਉਹਦੀ ਇਸਤਰੀ ਆ ਅਹਿਲਿਆ। ਇਹ ਗੁਰਬਾਣੀ ਹੈ। ਗੁਰਬਾਣੀ ਦੇ ਪ੍ਰਭਾਤੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਗੌਤਮ ਤਪਾ ਅਹਿਲਿਆ ਇਸਤਰੀ ਜਿਸ ਦੇਖ ਇੰਦਰ ਲੁਭਾਇਆ। ਕਹਿੰਦੇ ਵੀ ਗੌਤਮ ਰਿਖੀ ਦੀ ਜਿਹੜੀ ਇਸਤਰੀ ਸੀ ਅਹਿਲਿਆ ਬਹੁਤ ਸੁੰਦਰ ਸੀ। ਉਹਦੇ ਵੱਲ, ਉਹਦੇ ਰੂਪ ਵੱਲ ਵੇਖ ਕੇ ਤੇ ਇੰਦਰ ਜਿਹੜਾ ਸੀ ਉਹ ਲੋਭ ਵਿੱਚ ਆ ਗਿਆ, ਮਸਤ ਹੋ ਗਿਆ। ਫਿਰ ਕੀ ਹੋਇਆ ਕਿ ਉਹਨੇ ਉਹਦੇ ਨਾਲ ਕੁਕਰਮ ਜਿਹੜਾ ਸੀ ਕੀਤਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਸਹਿਸ ਸਰੀਰ ਜਿਹਨ ਭਗ ਹੋਏ ਤਾਂ ਮਨ ਪਛੁਤਾਇਆ। ਵੇਖੋ, ਜਦੋਂ ਬੰਦਾ ਕੁਕਰਮ ਕਰਦਾ ਨਾ, ਉਦੋਂ ਸੋਚਦਾ ਨਹੀਂ ਹੈ, ਉਹਦੇ ਮਨ ਵਿੱਚ ਕਦੀ ਨਹੀਂ ਆਇਆ ਕਿ ਮੈਂ ਕੁਕਰਮ ਕਰਨ ਲੱਗਾ। ਬਸ ਕਾਮ ਵਾਸ਼ਨਾ ਦੇ ਵਸ ਹੋ ਕੇ ਤੇ ਕਾਮਨਾ ਜਿਹੜੀ ਆ ਉਹ ਭੋਗਦਾ, ਕਾਮ ਭੋਗਦਾ। ਜਦੋਂ ਕਾਮ ਭੋਗ ਲੈਂਦਾ ਫਿਰ ਉਹਨੂੰ ਪਤਾ ਚੱਲਦਾ ਕਿ ਮੈਂ ਬੜਾ ਵੱਡਾ ਕਰਮ ਜਿਹੜਾ ਵਾ ਉਹ ਕਰ ਬੈਠਾ ਵਾਂ, ਤੇ ਇਹਦਾ ਜਿਹੜਾ ਵਾ ਹੁਣ ਮੈਨੂੰ ਸਜ਼ਾ ਜਿਹੜੀ ਉਹ ਭੁਗਤਣੀ ਪੈਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਇਹਦੇ ਸਰੀਰ ਉੱਤੇ ਇਸਤਰੀ ਦੇ ਲਿੰਗ ਬਣ ਗਏ ਨਾ, ਇਸਤਰੀ ਲਿੰਗ ਜਿਹੜੇ ਸੀ ਉਹ ਬਣ ਗਏ। ਸਹਿਸ ਸਰੀਰ ਜਿਹਨ ਭਗ ਹੋਏ ਤਾਂ ਮਨ ਪਛੁਤਾਇਆ, ਤਾਂ ਫਿਰ ਇਹ ਮਨ ਦੇ ਵਿੱਚ ਪਛੁਤਾਇਆ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਕੋਈ ਜਾਣ ਨਾ ਭੁੱਲੇ ਭਾਈ। ਕੋਈ ਵੀ ਜੀਵ ਜਿਹੜਾ ਉਹ ਜਾਣ ਬੁੱਝ ਕੇ ਕੁਰਾਏ ਨਹੀਂ ਪੈਂਦਾ, ਇਹਦੇ ਵੱਸ ਦੀ ਗੱਲ ਨਹੀਂ ਹੈ। ਸੋ ਭੁੱਲੇ ਜਿਸ ਆਪ ਭੁਲਾਏ। ਪਰਮਾਤਮਾ ਉਹਨੂੰ ਹੀ ਕੁਰਾਏ ਪਾਉਂਦਾ ਹੈ ਜਿਹਨੂੰ ਆਪ ਉਹ ਭੁਲਾਉਂਦਾ ਹੈ। ਕਿਉਂ ਭੁਲਾਉਂਦਾ ਹੈ? ਕਿਉਂਕਿ ਸਾਡੇ ਕਰਮ ਹੀ ਨਹੀਂ, ਸਾਡੇ ਉਹ ਕਰਮ ਹੀ ਨਹੀਂ ਹੁੰਦੇ ਕਿ ਅਸੀਂ ਆਪਣੇ ਕਰਮਾਂ ਕਰਕੇ ਜਿਹੜਾ ਪ੍ਰਭੂ ਨੂੰ ਸਿਮਰ ਸਕੀਏ। ਅਸੀਂ ਮੰਦ ਕਰਮ ਕਮਾਉਂਦੇ ਹਾਂ ਤੇ ਫਿਰ ਪਰਮਾਤਮਾ ਨੂੰ ਕਿਰਾਏ ਪਾ ਦਿੰਦਾ, ਮਾਇਆ ਧਾਰੀ ਨੂੰ ਮਾਇਆ ਦੇ ਵਿੱਚ ਲਾ ਦਿੰਦਾ, ਭਗਤੀ ਵਾਲੇ ਨੂੰ ਭਗਤੀ ਵਿੱਚ ਜੋੜ ਦਿੰਦਾ, ਕੁਕਰਮਾਂ ਵਾਲੇ ਨੂੰ ਕੁਕਰਮ ਵਿੱਚ ਜੋੜ ਦਿੰਦਾ। ਜਿਹੜਾ ਕੋਈ ਚਾਹੇ ਤੇ ਉਹ ਆਪਣੀ ਬੰਦ ਖਲਾਸੀ ਕਰਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਇਹ ਭਾਈ ਸੋ ਭੁੱਲਿਆ ਜਿਸ ਆਪ ਭੁਲਾਏ, ਬੁੱਝਿਆ ਜਿਸੇ ਬੁਝਾਇਆ। ਜਿਹੜਾ ਉਹਦੀ ਗੱਲ ਨੂੰ ਬੁੱਝਣਾ ਚਾਹੇ, ਉਹਨੂੰ ਬੁੱਝਣਾ ਚਾਹੇ, ਉਹਨੂੰ ਫਿਰ ਉਹ ਬੁਝਾ ਦਿੰਦਾ ਹੈ, ਉਹਨੂੰ ਮਿਲ ਪੈਂਦਾ, ਉਹਨੂੰ ਸਮਝਾ ਦਿੰਦਾ ਹੈ ਕਿ ਭਾਈ ਇਹ ਪੰਜੇ ਵਿਕਾਰ ਜਿਹੜੇ ਨੇ ਮਾੜੇ ਨੇ। ਇਹ ਪ੍ਰਭਾਤੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ 1344 ਅੰਗ ਤੇ। ਸੋ ਇਹਦੇ ਅਨੁਸਾਰ ਜਿਹੜਾ ਵਾ ਇਸ ਪ੍ਰਕਾਰ ਜਿਹੜਾ ਵਾ ਉਹ ਗੌਤਮ ਰਿਖੀ ਤੇ ਉਹਦੀ ਜਿਹੜੀ ਪਤਨੀ ਹੈ ਤੇ ਇੰਦਰ ਜਿਹੜਾ ਵਾ ਉਹਦਾ ਜ਼ਿਕਰ ਕੀਤਾ ਹੈ। ਸੋ ਹੁਣ ਮੈਂ ਫਿਰ ਆਪ ਜੀ ਦੀ ਸਕਰੀਨ ਤੇ ਜਿਹੜਾ ਉਹ ਸ਼ੇਅਰ ਕਰਨ ਲੱਗਾ ਹਾਂ। ਜਦੋਂ ਭਾਈ ਗੁਰਦਾਸ ਜੀ ਨੇ ਇਸ ਬਾਬਤ ਜਿਹੜਾ ਵਾ ਉਹ ਜ਼ਿਕਰ ਕੀਤਾ, ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੌਤਮ ਨਾਰ ਹਿੱਲਿਆ ਜਿਸ ਨੂੰ ਦੇਖ ਇੰਦਰ ਲੋਭਾਣਾ। ਇਹ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਜ਼ਿਕਰ ਕੀਤਾ। ਗੌਤਮ ਰਿਖੀ ਦੀ ਨਾਰ ਜਿਹੜੀ ਆ ਨਾ, ਜਿਹੜੀ ਉਹਦੀ ਵਹੁਟੀ ਹੈ ਬੜੀ ਸੁੰਦਰ ਸੀ, ਉਹਨੂੰ ਦੇਖ ਕੇ ਇੰਦਰ ਕਾਮਾਤੁਰ ਹੋ ਗਿਆ, ਭਾਵ ਲੋਭ ਆ ਗਿਆ ਉਹਨੂੰ। ਤੇ ਫਿਰ ਕੀ ਹੋਇਆ? ਪਰ ਘਰ ਜਾਏ ਸਰਾਪ ਲੈ ਹੋਏ ਸਹਿਸ ਪੱਕ ਪਛੋਤਾਣ। ਕਹਿੰਦੇ ਵੀ ਜਦੋਂ ਲੋਭ ਵਿੱਚ ਆ ਗਿਆ ਫਿਰ ਮਨ ਵਿੱਚ ਸੋਚਦਾ ਹੈ ਕਿ ਹੁਣ ਮੈਂ ਕਿਸ ਤਰ੍ਹਾਂ ਇਹਦੇ ਪਰਾਏ ਘਰ ਦੇ ਵਿੱਚ ਜਾ ਕੇ, ਭਾਵ ਗੌਤਮ ਰਿਸ਼ੀ ਦੇ ਘਰ ਵਿੱਚ ਜਾ ਕੇ ਤੇ ਜਿਹੜੀ ਉਹਦੀ ਪਤਨੀ ਹੈ ਹਿੱਲਿਆ, ਉਹਦੇ ਨਾਲ ਜਿਹੜਾ ਵਾ ਕੁਕਰਮ ਕਮਾਵਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਪਰਾਏ ਘਰ ਜਾਏ ਸਰਾਪ ਲੈ, ਪਰਾਏ ਘਰ ਵਿੱਚ ਜਾ ਕੇ ਕੁਕਰਮ ਕਰਦਾ ਤੇ ਫਿਰ ਇਹਨੂੰ ਸ਼ਰਾਪ ਮਿਲਦਾ, ਸ਼ਰਾਪ ਹੋਏ ਸਹਿਸ ਭਗ ਪਛੋਤਾਣਾ। ਫਿਰ ਇਹਦੇ ਸਰੀਰ ਉੱਤੇ ਇਸਤਰੀ ਦੇ ਅੰਗ ਜਿਹੜੇ ਨੇ ਹਜ਼ਾਰਾਂ ਦੇ ਰੂਪ ਵਿੱਚ ਜਿਹੜੇ ਉਹ ਉੱਗ ਪੈਂਦੇ ਨੇ। ਫਿਰ ਪਛਤਾਉਂਦਾ ਏ, ਦੁੱਖ ਸਹਿੰਦਾ ਏ।
ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਨਾ ਹੁਆ ਇੰਦਰ ਲੋਕ ਲੁਕਿਆ ਸਰਵਰ ਮਨ ਸਰਮਾਨ। ਭਾਈ ਗੁਰਦਾਸ ਜੀ ਨੇ ਹੋਰ ਤਰੀਕੇ ਦੇ ਨਾਲ ਲਿਖਿਆ, ਕਹਿੰਦੇ ਕਿ ਜਦੋਂ ਇੰਦਰ ਲੋਕ ਦੇ ਵਿੱਚੋਂ ਆ ਕੇ ਨੇ ਕੁਕਰਮ ਕੀਤਾ, ਫਿਰ ਛੁਪ ਗਿਆ ਕਿੱਥੇ ਜਾ ਕੇ, ਸਰਵਰ ਭਾਵ ਸਮੁੰਦਰ ਦੇ ਵਿੱਚ ਜਾ ਕੇ, ਨਦੀ ਦੇ ਵਿੱਚ ਜਾ ਕੇ ਲੁਕ ਗਿਆ। ਤੇ ਹੁਣ ਜਿਹੜਾ ਇੰਦਰ ਲੋਕ ਸੀ ਨਾ, ਜਿੱਥੇ ਬੈਠਦਾ ਸੀ, ਉੱਥੇ ਸੁੰਨ ਪੈ ਗਈ, ਸਾਰੇ ਪਾਸੇ ਸੁੰਨ ਹੀ ਸੁੰਨ ਹੋ ਗਈ, ਕਿਉਂਕਿ ਸ਼ਰਮ ਦੇ ਮਾਰੇ ਲੁਕ ਗਿਆ। ਕਿਉਂ ਲੁਕਿਆ? ਸਹਿਸ ਭਗੋ ਲੋਇਣ ਸਹਿਸ ਲੈ ਦੋਈ ਇੰਦਰਪੁਰੀ ਸਿਧਾਣਾ। ਕਹਿੰਦੇ ਕਿ ਇਸ ਦੇ ਸਰੀਰ ਉੱਤੇ ਜਿਹੜਾ ਵਾ ਹਜ਼ਾਰਾਂ ਭੱਗ ਤੇ ਹਜ਼ਾਰਾਂ ਨੇਤਰ ਉਹ ਬਣ ਗਏ। ਜਦੋਂ ਇਹਦੇ ਸਰੀਰ ਉੱਤੇ ਜਿਹੜੇ ਆ ਹਜ਼ਾਰਾਂ ਭੱਗ ਇਸਤਰੀ ਦੇ ਲਿੰਗ ਜਿਹੜੇ ਨੇ ਉਹ ਬਣ ਗਏ ਨਾ, ਇਹਨੇ ਬੜੀ ਕੋਸ਼ਿਸ਼ ਕੀਤੀ। ਫਿਰ ਕੁਝ ਸਮਾਂ ਪਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਹਿਸ ਭੱਗੋਂ ਲੋਇਣ ਸਹਿਸ, ਕਹਿੰਦੇ ਉਹਨਾਂ ਭੱਗਾਂ ਤੋਂ, ਇਸਤਰੀ ਦੇ ਲਿੰਗਾਂ ਤੋਂ ਫਿਰ ਉਹ ਅੱਖਾਂ ਬਣ ਗਈਆਂ। ਤੇ ਫਿਰ ਇਹ ਜਿਹੜਾ ਵਾ ਅੱਖਾਂ ਦੇ ਨਾਲ ਇੰਦਰਪੁਰੀ ਵਿੱਚ ਜਾ ਕੇ ਸਿਧਾਣਾ ਭਾਵ ਬੈਠ ਜਾਂਦਾ ਹੈ। ਸੱਤੀ ਸਤੋਂ ਟਲ ਠਿਲਾ ਹੋਏ ਨਦੀ ਕਿਨਾਰੇ ਬਾਝ ਪ੍ਰਾਣਾ। ਤੇ ਨਾਲ ਹੀ ਅੱਗੇ ਜਿਹੜੀ ਅਹਿਲਿਆ ਬਾਰੇ ਭਾਈ ਗੁਰਦਾਸ ਜੀ ਗੱਲ ਕਰਦੇ ਨੇ ਕਿ ਜਿਹੜੀ ਅਹਿਲਿਆ ਜੋ ਆਪਣੇ ਪਤੀ ਪ੍ਰਤਾ ਧਰਮ ਦੇ ਕਰਕੇ ਅਟਲ ਖਲੋਤੀ ਸੀ, ਭਾਵ ਪੱਥਰ ਬਣ ਗਈ ਸੀ, ਉਹ ਨਦੀ ਦੇ ਕਿਨਾਰੇ ਬੈਠ ਗਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਰਘੂਪਤ ਚਰਨ ਸੁਹੰਦਿਆਂ ਚੱਲੀ ਸੁਰਗਪੁਰ ਬਣੇ ਬਿਬਾਨ। ਇੱਥੇ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਨੇ, ਕਿਉਂਕਿ ਅਹਿਲਿਆ ਦੇ ਬਾਬਤ ਜੋ ਲਿਖਿਆ ਮਿਲਦਾ ਹੈ ਕਿ ਬੜੀ ਪਤੀ ਪ੍ਰਤਾ ਇਸਤਰੀ ਸੀ। ਹਾਂ, ਮਨ ਵਿੱਚ ਕਹਿੰਦੇ ਇਹਦੇ ਲੋਭ ਸੀ, ਇੱਛਾ ਸੀ ਕਿ ਮੈਂ ਵੀ ਇੰਦਰ ਦੇ ਨਾਲ ਜਿਹੜਾ ਵਾ ਉਹ ਵਿਆਹ ਕਰਾਵਾਂ, ਆਨੰਦ ਕਰਾਵਾਂ। ਪਰ ਇਹਦਾ ਜਿਹੜਾ ਆਨੰਦ ਸੀ, ਵਿਆਹ ਸੀ, ਉਹ ਹੋਇਆ ਸੀ ਗੌਤਮ ਦੇ ਨਾਲ। ਮਨ ਵਿੱਚ ਇਹਦੇ ਹੈਗਾ ਸੀ ਲਾਲਚ, ਪਰ ਇਹਦਾ ਲਾਲਚ ਜਿਹੜਾ ਸੀ ਤੇ ਖਤਮ ਹੋ ਗਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫਿਰ ਇਸ ਧਰਤੀ ਦੇ ਉੱਤੇ ਜਦੋਂ ਪਤੀ ਦੇ ਸ਼ਰਾਪ ਕਾਰਨ ਇਹ ਪੱਥਰ ਬਣ ਗਈ ਸੀ, ਸਿਲਾ ਬਣ ਗਈ ਸੀ, ਫਿਰ ਇਹ ਸਿਲ ਜਿਹੜੀ ਸੀ ਟੁੱਟ ਗਈ, ਇਹ ਪੱਥਰ ਟੁੱਟ ਗਿਆ। ਤੇ ਜਦੋਂ ਟੁੱਟ ਗਿਆ ਤੇ ਇਹਦੇ ਪ੍ਰਾਣ ਖਤਮ ਹੋ ਗਏ। ਸਤੀ ਸਤੋਂ ਟਲ ਸਿਲਾ ਹੋਏ, ਸਿਲਾ ਬਣੀ ਸੀ ਤੇ ਨਦੀ ਕਿਨਾਰੇ ਬਾਝ ਪੁਰਾਣਾ। ਇਹ ਪ੍ਰਾਣਾ ਤੋਂ ਬਗੈਰ ਹੀ ਨਦੀ ਦੇ ਕਿਨਾਰੇ ਬੈਠੀ ਸੀ, ਕਿਨਾਰੇ ਤੇ ਪੱਥਰ ਹੋ ਕੇ ਪਈ ਸੀ। ਜਦੋਂ ਰਘੂਪਤ ਚਰਨ ਜਿਹੜੇ ਨੇ ਛੂਹਦਿਆਂ ਚੱਲ ਸੁਰਗਪੁਰ ਬਏ ਬਣਾ, ਜਦੋਂ ਰਘੂਪਤ ਭਾਵ ਰਘੂਪਤ ਗਿਆ ਪ੍ਰਮਾਤਮਾ ਨੂੰ, ਰਾਮ ਨੂੰ, ਜਦੋਂ ਰਾਮ ਦੇ ਪ੍ਰਮਾਤਮਾ ਰੂਪ ਰਾਮ ਦੇ ਚਰਨ ਛੋਏ ਤੇ ਫਿਰ ਬਬਾਨਪੁਰ ਚੜ੍ਹ ਕੇ ਭਾਵ ਇਸ ਸੰਸਾਰ ਤੋਂ ਜਾ ਕੇ ਤੇ ਇਹਨੇ ਜਿਹੜਾ ਵਾ ਸਵਰਗ ਲੋਕ ਦੇ ਵਿੱਚ ਜਾ ਕੇ ਆਪਣਾ ਥਾਂ ਟਿਕਾਣਾ ਕੀਤਾ। ਭਗਤ ਵਸ਼ਲ ਭਲਿਆਈਓ ਪਤਿਤ ਉਦਾਹਰਣ ਪਾਪ ਕਮਾਣ। ਭਾਈ ਇਸ ਸੰਸਾਰ ਦੇ ਉੱਤੇ ਭਲਾਈ ਕਰਨ ਤੋਂ ਭਗਵੰਤ ਭਾਵ ਭਗਤ ਜਿਹੜਾ ਪ੍ਰਮਾਤਮਾ ਦਾ ਰੂਪ ਹੈ, ਉਹਦਾ ਭਗਤ ਹੈ, ਸੇਵਕ ਹੈ, ਉਹ ਇਸ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਭਗਤ ਵਸ਼ਲ ਭਲਿਆਈ ਹੋ, ਪ੍ਰਮਾਤਮਾ ਆਪਣੇ ਭਗਤਾਂ ਨੂੰ ਉਹਦੀ ਭਲਾਈ ਕਰਕੇ ਬਖਸ਼ ਦਿੰਦਾ ਹੈ। ਤੇ ਉਹ ਭਗਤ ਜਿਹੜਾ ਹੈ ਪਤਿਤ ਉਦਾਹਰਣ ਪਾਪ ਕਮਾਣਾ, ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਉਹ ਪਤਿਤ ਉਦਾਹਰਣ ਕਮਾਏ ਪਾਪ ਬਖਸ਼ਣ ਤੋਂ ਛਡਾਉਂਦਾ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਣ ਨੂੰ ਗੁਣ ਸਭ ਕੋ ਕਰੈ ਅਵਗੁਣ ਕੀਤੇ ਗੁਣ ਤਿਸ ਜਾਣਾ। ਕਹਿੰਦੇ ਗੁਣ ਕੀਤਿਆਂ ਤੇ ਸਭ ਕੋਈ ਗੁਣ ਕਰਦਾ ਹੈ, ਭਾਵ ਉਹਨੂੰ ਯਾਦ ਕਰਦਾ ਹੈ, ਪਰ ਅਵਗੁਣਾ ਪੁਰ ਜੋ ਗੁਣ ਕਰੇ ਉਸਦਾ ਉਪਕਾਰ ਜਾਣੀਦਾ ਹੈ। ਵੇਖੋ ਗੌਤਮ ਨੇ, ਗੌਤਮ ਦੀ ਨਾਰ ਦੇ ਅੰਦਰ, ਗੌਤਮ ਦੀ ਨਾਰ ਭਾਵ ਪਤਨੀ ਦੇ ਨਾਲ ਹਿੱਲਿਆ ਨੇ, ਇੰਦਰ ਨੇ ਜਿਹੜਾ ਵਾ ਹਿੱਲਿਆ ਦੇ ਨਾਲ ਕਰਮ ਕਮਾਇਆ। ਪਰ ਫਿਰ ਵੀ ਇਹ ਗੌਤਮ ਰਿਸ਼ੀ ਨੇ
ਜਿਹੜਾ ਵਾ ਉਸ ਇੰਦਰ ਦੇ ਉੱਤੇ ਜਿਹੜਾ ਵਾ ਉਹਦੇ ਔਗਣ ਨਾ ਚਿਤਾਰਦਿਆਂ ਹੋਇਆਂ ਜਿਹੜਾ ਵਾ ਉਹਦੇ ਪਾਪਾਂ ਨੂੰ ਨਾ ਚਿਤਾਰਦਿਆਂ ਹੋਇਆਂ ਉਹਨੂੰ ਮਾਫ ਕਰ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਜਿਹੜਾ ਵਾ ਭਾਈ ਉਹ ਪ੍ਰਮਾਤਮਾ ਦਾ ਸੇਵਕ, ਪ੍ਰਮਾਤਮਾ ਦਾ ਜਿਹੜਾ ਜਨ ਹੈ, ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ, ਉਹ ਗੁਣ ਤੇ ਔਗਣ ਨਹੀਂ ਤੱਕਦਾ। ਜਿਹੜੇ ਗੁਣ ਨੇ ਉਹਨਾਂ ਦੇ ਤੇ ਪਰਉਪਕਾਰ ਕਰਦੇ ਕਰਦਾ ਹੈ, ਪਰ ਜਿਹੜੇ ਔਗਣ ਘਾਰੀਆਂ ਨਾ ਉਹਨਾਂ ਦੇ ਉੱਤੇ ਵੀ ਜਿਹੜਾ ਵਾ ਉਹ ਆਪਣਾ ਰਹਿਮਤ ਭਰਿਆ ਹੱਥ ਰੱਖਦਾ ਹੈ। ਤੇ ਅਖੀਰ ਕਹਿੰਦੇ ਨੇ ਅਵਿਗਤ ਗਤ ਕਿਆ ਖਾਣਾ, ਐਸੀ ਭਗਤ ਦੀ ਗਤ ਕੋਈ ਨਹੀਂ ਕਹਿ ਸਕਦਾ। ਕਹਿਣ ਤੋਂ ਭਾਵ ਇਸ ਸਮੁੱਚੇ ਪ੍ਰਸੰਗ ਦੀ ਜਿਹੜੀ ਵਾਰਤਾ ਹੈ ਭਾਈ ਗੁਰਦਾਸ ਨੇ ਜਿਹੜਾ ਲਿਖਿਆ ਹੈ, ਜ਼ਿਕਰ ਕੀਤਾ ਹੈ ਕਿ ਇਹ ਭਾਈ ਇਸ ਸੰਸਾਰ ਦੇ ਉੱਤੇ ਮਨੁੱਖ ਵਿਕਾਰੀ ਨਾ ਹੋਵੇ, ਵਿਕਾਰ ਨਾ ਭੋਗੇ, ਵਿਕਾਰਾਂ ਦੇ ਵਿੱਚ ਨਾ ਡਿੱਗੇ, ਕਿਉਂਕਿ ਵਿਕਾਰਾਂ ਦੇ ਵਿੱਚ ਡਿੱਗਣ ਲੱਗਿਆਂ ਪਤਾ ਨਹੀਂ ਚੱਲਦਾ, ਵੱਡੇ ਵੱਡੇ ਦੇਵਤੇ ਵੀ ਜਿਹੜੇ ਨੇ ਉਹ ਡੋਲ ਜਾਂਦੇ ਨੇ। ਇਸ ਕਰਕੇ ਇਹਨਾਂ ਵਿਕਾਰਾਂ ਤੋਂ ਬਚਣਾ ਚਾਹੀਦਾ ਹੈ। ਦੂਜੀ ਗੱਲ, ਜੇ ਕੋਈ ਵਿਕਾਰੀ ਬੰਦਾ ਵਿਕਾਰ ਭੋਗਦਾ ਹੈ, ਹਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਐਸਾ ਵੀ ਹੈ ਕਿ ਜੇ ਉਹ ਸਹੀ ਰਸਤੇ ਤੇ ਆਪਣਾ ਪਛਤਾਵਾ ਕਰਕੇ ਚੱਲਣਾ ਚਾਹੇ ਤੇ ਉਹਨੂੰ ਮਾਫ ਵੀ ਕਰ ਦੇਣਾ ਚਾਹੀਦਾ। ਜੇ ਉਹ ਪਛਤਾਵਾ ਕਰ ਲੇ, ਇਹ ਨਹੀਂ ਕਿ ਬਾਰ-ਬਾਰ ਉਹੀ ਕੋਈ ਕਰਮ ਕਰੇ। ਹੋ ਸਕਦਾ ਕੋਈ ਜਿਹੜਾ ਵਾ ਕਾਮ ਵਾਸ਼ਨਾਵਾਂ ਦੇ ਵਿੱਚ ਆ ਕੇ ਉਹ ਕੋਈ ਕਰਮ ਕਰ ਦੇ, ਪਰ ਬਾਅਦ ਵਿੱਚ ਉਹ ਪਛਤਾਵਾ ਕਰੇ ਤੇ ਭਾਈ ਉਹਨੂੰ ਮਾਫ ਕਰਕੇ ਇੱਕ ਵਾਰੀ ਉਹਨੂੰ ਜਿਹੜੀ ਗਲਤੀ ਦਾ ਸੁਧਾਰ ਦੇਣਾ ਚਾਹੀਦਾ। ਪਰ ਜਿਹੜੀ ਗਲਤੀ ਬਹੁਤ ਵੱਡੀ ਕਰੇ, ਉਹ ਫਿਰ ਇੰਦਰ ਵਰਗੇ ਜਿਹੜੇ ਭਗਵਾਨ ਹੋਏ ਨੇ ਉਹਨਾਂ ਨੂੰ ਵੀ ਉਹਨਾਂ ਰਿਖੀਆਂ ਨੇ ਬਖਸ਼ਿਆ ਨਹੀਂ, ਉਹਨੂੰ ਵੀ ਜਿਹੜਾ ਵਾ ਇਸ ਸੰਸਾਰ ਦੇ ਉੱਤੇ, ਕਿਉਂਕਿ ਅਹਿਲਿਆ ਨੇ ਜਿਹੜਾ ਸੀ ਕੁਕਰਮ ਕਮਾਇਆ, ਉਹਨੂੰ ਇਹ ਜਾਣਕਾਰੀ ਨਹੀਂ ਸੀ ਕਿ ਮੇਰੇ ਸਾਹਮਣੇ ਮੇਰਾ ਪਤੀ ਹੈ ਕਿ ਇੰਦਰ ਹੈ। ਉਹਨੇ ਕੁਕਰਮ ਕਰ ਲਿਆ, ਪਰ ਰਿਖੀ ਨੇ ਉਹਨੂੰ ਵੀ ਸ਼ਰਾਪ ਦਿੱਤਾ ਤੇ ਉਹ ਪੱਥਰ ਦੀ ਮੂਰਤੀ ਬਣ ਗਈ। ਇੰਦਰ ਨੂੰ ਸ਼ਰਾਪ ਦਿੱਤਾ ਤੇ ਉਹਦੇ ਸਰੀਰ ਉੱਤੇ ਇਸਤਰੀ ਲਿੰਗ ਬਣ ਗਏ। ਪਰ ਜਦੋਂ ਅਖੀਰ ਉੱਤੇ ਇੰਦਰ ਜਿਹੜਾ ਸੀ ਉਹ ਸ਼ਰਮਸ਼ਾਰ ਹੋ ਕੇ ਪਾਣੀ ਵਿੱਚ ਡੁੱਬ ਗਿਆ। ਇੱਧਰ ਅਹਿਲਿਆ ਜਿਹੜੀ ਸੀ ਉਹ ਪੱਥਰ ਦੀ ਮੂਰਤੀ ਬਣੀ ਸੀ, ਤੇ ਪਰ ਇਹਦਾ ਔਗਣ, ਕਿਉਂਕਿ ਇਹ ਭੁਲੇਖੇ ਵਿੱਚ ਇਹਨੇ ਕਰਮ ਕੀਤਾ ਸੀ, ਤੇ ਇਹਦਾ ਔਗਣ ਨਾ ਚਿਤਾਰਦਿਆਂ ਹੋਇਆਂ ਜਿਹੜਾ ਵਾ ਗੌਤਮ ਰਿਖੀ ਨੇ ਇਹਨੂੰ ਬਖਸ਼ ਦਿੱਤਾ। ਤੇ ਬਖਸ਼ਾਇਆ ਕਿੱਦਾਂ? ਰਾਮ ਦੀ ਚਰਨ ਛੁਹਾ ਕੇ, ਭਾਵ ਪਰਮਾਤਮਾ ਇਹ ਨਹੀਂ ਆਖਿਆ ਕਿ ਮੇਰੇ ਚਰਨ ਛੋਹ ਤੇ ਮੈਂ ਤੈਨੂੰ ਬਖਸ਼ ਦਿੰਦਾ। ਪਰਮਾਤਮਾ ਦੇ ਰੂਪੀ ਰਾਮ ਦੇ, ਜਿਹਨੂੰ ਰਾਮ ਉਸ ਸਮੇਂ ਆਖਿਆ ਜਾਂਦਾ ਸੀ, ਰਾਮ ਰਾਮ ਜਪਿਆ ਜਾਂਦਾ ਸੀ, ਉਹਦੇ ਚਰਨ ਛੁਹਾ ਕੇ ਇਹਨੂੰ ਬਖਸ਼ਾਇਆ ਗਿਆ। ਸੋ ਅੱਜ ਦੀ ਇਹ ਸਾਖੀ ਸੀ, ਮੈਂ ਜ਼ਿਆਦਾ ਲੰਮਾ ਸਮਾਂ ਨਾ ਜਾਵਾਂ। ਅੱਜ ਦੀ ਸਾਖੀ ਵਿੱਚ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਜੇ ਕੋਈ ਭੁਲੇਖੇ ਵਿੱਚ ਕੋਈ ਕਰਮ ਕਰ ਜਾਂਦਾ ਤੇ ਉਹਨੂੰ ਬਖਸ਼ ਦੇਣਾ ਚਾਹੀਦਾ। ਇਹ ਨਹੀਂ ਕਿ ਉਹਦੇ ਔਗਣ ਵੇਖ ਕੇ ਉਹਨੂੰ ਦੂਰ ਕਰ ਦੇਣਾ ਚਾਹੀਦਾ, ਪਰ ਜਿਹੜਾ ਵੱਡਾ ਕੁਕਰਮੀ ਹੈ ਉਹਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜੋ ਅੱਜ ਦੀ ਕਲਾਸ ਚੱਲ ਰਹੀ ਹੈ ਇਹਦੇ ਬਾਬਤ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ, ਦਾਸ ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦਿੰਦਾ ਹੈ। ਸੋ ਆਪ ਨੇ ਜੇ ਕਿਸੇ ਦਾ ਕੋਈ ਸਵਾਲ ਹੋਵੇ ਜ਼ਰੂਰ ਕਰ ਸਕਦਾ। ਦੂਸਰੀ ਬੇਨਤੀ ਹੈ ਕਿ ਜਿਹੜੀ ਕਲਾਸ ਹੈ ਸ਼ਾਮ ਦੀ ਉਹ 6 ਵਜੇ ਤੋਂ ਚੇਂਜ ਕਰਕੇ ਜਿਹੜੀ ਆ ਉਹ ਪਹਿਲਾਂ ਕੀਤੀ ਗਈ, ਕਿਉਂਕਿ ਲਗਭਗ 6 ਪੌਣੇ 6 ਤੋਂ 6 ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਤੋਂ ਜਿਹੜੀ ਸੇਵਾਦਾਰ ਆਰੰਭ ਹੋ ਜਾਂਦੀ ਹੈ। ਸੋ ਪੌਣੇ 5 ਤੋਂ ਮਾਫ ਕਰਨਾ ਪੌਣੇ 5 ਹਾਂਜੀ ਪੌਣੇ 5 ਤੋਂ ਪੌਣੇ 6, 4:45 ਤੋਂ ਲੈ ਕੇ ਤੇ ਜਿੰਨਾ ਵੀ ਸਮਾਂ ਅਸੀਂ ਅੱਗੇ ਲਾਉਂਦੇ ਆ, ਪੌਣਾ ਘੰਟਾ, ਕਈ ਵਾਰ 50 ਮਿੰਟ ਲੱਗ ਜਾਂਦੇ ਨੇ, ਕਈ ਵਾਰ 40 ਮਿੰਟ ਲੱਗ ਜਾਂਦੇ ਨੇ। ਸੋ ਉਸੇ ਪ੍ਰਕਾਰ ਹੀ ਜਿਹੜੀ ਉਹ ਕਲਾਸ ਰਹੇਗੀ, ਜਿਹਦੇ ਵਿੱਚ ਸੁਖਮਨੀ ਸਾਹਿਬ ਦੀ ਜਿਹੜੀ ਉਹ ਸੰਥਿਆ ਚੱਲ ਰਹੀ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜੁੜਨ ਦੀ ਕਿਰਪਾਲਤਾ ਕਰੋ। ਦੂਸਰੀ ਬੇਨਤੀ ਹੈ ਕਿ ਲੜੀਵਾਰ ਕਥਾ ਚੱਲ ਰਹੀਆਂ ਨੇ ਆਸਾ ਦੀ ਵਾਰ ਦੀ, ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ, ਉਹ ਤੁਸੀਂ ਗੁਰਦੁਆਰਾ ਸਾਹਿਬ ਦੇ ਫੇਸਬੁੱਕ ਦੇ ਲਿੰਕ ਉੱਤੇ ਜੁੜ ਸਕਦੇ ਜੇ। facebook.com/ਗੁਰਦੁਆਰਾ ਸ਼ਾਣੀ, ਇਹ ਤੁਸੀਂ ਭਰੋਗੇ ਆਪਣੇ ਫੇਸਬੁੱਕ ਦੇ ਉੱਤੇ ਤੇ ਤੁਹਾਡੇ ਕੋਲ ਆ ਜਾਵੇਗਾ। ਸਵੇਰੇ 9 ਵਜੇ ਜਿਹੜੀ ਕਥਾ ਆਰੰਭ ਹੋ ਜਾਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਦੀ।
ਜਾਂ ਤੁਸੀਂ ਇਹਨਾਂ ਗਰੁੱਪਾਂ ਵਿੱਚ ਅਸੀਂ ਲਿੰਕ ਭੇਜ ਆਪਣਾ YouTube ਦੀਆਂ ਜਿਹੜੀਆਂ ਨੇ ਉਹ ਲਿੰਕ ਭੇਜ ਦਿੰਦੇ ਆ, ਤੁਸੀਂ ਉਹਨੂੰ ਓਪਨ ਕਰਕੇ ਵੀ ਸਰਵਣ ਕਰ ਸਕਦੇ ਹੋ। ਸੋ ਬਹੁਤ ਧੰਨਵਾਦ। ਸਾਡੇ ਸਤਿਕਾਰਯੋਗ ਗਿਆਨੀ ਗੁਰਮੀਤ ਸਿੰਘ ਜੀ ਉਦਣਾ ਤੋਂ ਉਹ ਵੀ ਜੁੜੇ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕਈ ਵਾਰ ਉਹਨਾਂ ਦਾ ਜਿਹੜਾ ਵਾ, ਕਿਉਂਕਿ ਰੁਝੇਵੇਂ ਹੁੰਦੇ ਨੇ, ਸਮਾਂ ਜਿਹੜਾ ਵਾ ਗੁਰੂ ਘਰ ਦੇ ਵਜ਼ੀਰ ਨੇ ਤੇ ਉਹਨਾਂ ਦੇ ਕੋਲ ਸਮਾਂ ਵੀ ਨਹੀਂ ਮਿਲਦਾ, ਪਰ ਫਿਰ ਵੀ ਉਹ ਕੋਸ਼ਿਸ਼ ਕਰਦੇ ਨੇ ਕਿ ਐਡੀ ਦੂਰ ਸੂਰਤ ਦੇ ਵਿੱਚ ਜਿਹੜਾ ਗੁਰਦੁਆਰਾ ਗੁਰੂ ਘਰ ਹੈ ਉਦਣਾ ਵਿਖੇ, ਉੱਥੋਂ ਦੇ ਹੈਡ ਗ੍ਰੰਥੀ ਨੇ ਬੜੇ ਪ੍ਰੇਮ ਵਾਲੇ ਨੇ, ਬੜਾ ਇਹਨਾਂ ਦਾ ਜਿਹੜਾ ਵਾ ਪਿਆਰ ਹੈ। ਜਦੋਂ ਵੀ ਪ੍ਰੋਗਰਾਮ ਹੁੰਦਾ ਤੇ ਜ਼ਰੂਰ ਆਵਾਜ਼ ਵੀ ਮਾਰਦੇ ਨੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸਪੈਸ਼ਲ ਇਹਨਾਂ ਨੇ ਜਿਹੜਾ ਵਾ ਗਰੁੱਪ ਹੈ, ਉਸ ਗਰੁੱਪ ਵਿੱਚ ਸਾਨੂੰ ਐਡ ਕਰਕੇ ਤੇ ਸੰਗਤਾਂ ਨੂੰ ਵੀ ਇਹਦੇ ਨਾਲ ਜੋੜਿਆ, ਸੋ ਤਹਿ ਦਿਲੋਂ ਧੰਨਵਾਦ ਹੈ। ਇਸੇ ਤਰ੍ਹਾਂ ਆਪ ਸਭ ਸੰਗਤਾਂ ਵੀ ਵੱਧ ਤੋਂ ਵੱਧ ਉਪਰਾਲਾ ਕਰਿਆ ਕਰੋ। ਸੋ ਹੋਈਆਂ ਭੁੱਲਾਂ ਦੀ ਖਿਮਾ। ਜੇ ਕਿਸੇ ਦਾ ਸਵਾਲ ਹੈ ਤੇ ਦਾਸ ਆਪ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ ਜਿਹੜਾ ਸਵਾਲ ਕਰ ਸਕਦੇ ਜੇ, ਆਪਣਾ ਮਾਈਕ ਅਨਮਿਊਟ ਕਰਕੇ। ਸੋ ਬੇਨਤੀ ਹੈ ਕਿ ਸਵਾਲ ਕਰੀਏ, ਨਹੀਂ ਤਾਂ ਫਿਰ ਅਸੀਂ ਸਮਾਪਤੀ ਵੱਲ ਵਧੀਏ। ਹਾਂਜੀ, ਵਾਹਿਗੁਰੂ। ਹਾਂਜੀ, ਵਾਹਿਗੁਰੂ ਜੀ। ਠੀਕ ਆ ਜੀ, ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਦਾ, ਤਹਿ ਦਿਲੋਂ ਧੰਨਵਾਦ। ਸ਼ਾਮ ਦੀ ਕਲਾਸ ਵਿੱਚ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।